गाड़ी लोहार तो भाव लोगों का वह समूह जो बैल गड्डियां उपर समान लद के अपने रहन का टिकाणा बदलते हुए थां थां जाके लोहे का काम करता है। गाड़ी लोहार कबीले के लोग अपनी जन्म भूमि तो वांझे होकर टप्परीवास कबीले विच परिवर्तित हो गए हैं। ये लोग सदियों तो जिहड़े मुख धारा का अंग नहीं रहे। भाव ये लोग मुख धारा विचले लोगों के मुकाबले पैदावारी साधना समाजिक रुतबे धार्मिक ते राजनीतिक आधारां तो विछुन्ने हुए हैं, भावें कि अपने आप नूं राजपूतां दी उच्च कुल जातियां नाल संबंधित मानते हैं। ਜਿਹੜਾ ਮੇਰੇ पेपर का विषय ਜਿਹੜਾ ਹੈਗਾ ਉਹ ਪਹਿਲਾਂ ਹੀ ਦੱਸਿਆ ਜਿੱਦਾਂ ਕਿ ਵੀ ਇਹਨਾਂ ਦੇ ਆਹਾਰ ਵਿਹਾਰ ਨਾਲ ਹੈ। ਮੁੱਖ ਧਾਰਾ ਵਿਚਲੇ ਸਮਾਜਾਂ ਨਾਲੋਂ ਤੋਂ ਵਿਪਰੀਤ ਕਬੀਲਾ ਸਮੂਹ ਪਦਾਰਥਿਕ ਲੋੜਾਂ ਅਤੇ ਵਾਤਾਵਰਣ ਦੀਆਂ ਸੰਭਾਵੀ ਹਾਲਤਾਂ ਵਿਚਕਾਰ ਸਮਾਯੋਜਨ ਪੈਦਾ ਕਰਨ ਲਈ ਯਤਨ ਕਰਦਾ ਹੈ। ਇਸ ਕਬੀਲੇ ਦੀ ਆਰਥਿਕ ਪ੍ਰਾਪਤੀ ਲਈ ਕੋਈ ਸਾਂਝੀ ਜਥੇਬੰਦੀ ਨਹੀਂ, ਬਲਕਿ ਖੁਰਾਕ ਪ੍ਰਾਪਤੀ ਹਿੱਤ ਇੱਕਾ ਦੁੱਕਾ ਜਿਹੜੇ ਪਰਿਵਾਰ ਨੇ ਸਮੂਹਿਕ ਰੂਪ ਦੇ ਵਿੱਚ ਸਮਾਜ ਦੇ ਅੰਦਰ ਵਿਚਰਦੇ ਹਨ। ਅਜੋਕੇ ਮਸ਼ੀਨੀਕਰਨ ਦੇ ਯੁੱਗ ਵਿੱਚ ਇਹ ਲੋਕ ਆਪਣਾ ਜੱਦੀ ਪੁਸ਼ਤੀ ਜਿਹੜਾ ਕਿੱਤਾ ਛੱਡਣ ਲਈ ਮਜਬੂਰ ਹਨ, ਕਿਉਂਕਿ ਅੱਜ ਦੇ ਦੌਰ ਵਿੱਚ ਇਹਨਾਂ ਦੁਆਰਾ ਬਣਾਏ ਜਿਹੜੇ ਛੰਦਾਂ ਦੀ ਬਹੁਤੀ ਵਰਤੋਂ ਨਹੀਂ ਰਹੀ। ਕਿਉਂਕਿ ਜਿਹੜੇ ਅੱਜ ਕੱਲ੍ਹ ਜਿਹੜੇ ਬਾਜ਼ਾਰ ਦੇ ਵਿੱਚ ਉਪਲਬਧ ਜਿਹੜੇ ਲੋਹੇ ਅਤੇ ਪਲਾਸਟਿਕ ਦੇ ਜਿਹੜੇ ਸੰਦ ਨੇ ਜਾਂ ਵਸਤਾਂ ਨੇ ਉਹਨਾਂ ਦੀ ਵਰਤੋਂ ਕੀਤੀ ਜਾਣੀ ਸ਼ੁਰੂ ਹੋ ਗਈ ਹੈ। ਫਿਰ ਵੀ ਇਹ ਕੁਝ ਕੁ ਜਿਹੜੀਆਂ ਵਸਤਾਂ ਬਣਾਉਂਦੇ ਨੇ, ਜਿਵੇਂ ਚਿਮਟੇ, ਖੁਰਚਣੇ, ਝਾਰਨੀਆਂ ਅਤੇ ਪੀਪਿਆਂ, ਢੋਲਾਂ ਆਦਿ ਦੀ ਮੁਰੰਮਤ ਦਾ ਕੰਮ ਕਰਦੇ ਨੇ। ਜੱਦੀ ਕਿੱਤੇ ਦੇ ਕੰਮ ਵਿੱਚ ਕੰਮ ਦੀ ਘਾਟ ਕਾਰਨ ਇਹਨਾਂ ਨੇ ਆਪਣੇ ਟਿਕਾਣੇ ਵੀ ਇੱਕ ਥਾਂ 'ਤੇ ਬਣਾਉਣੇ ਸ਼ੁਰੂ ਕਰ ਲਏ ਹਨ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਕਬੀਲਾ ਸਮੂਹ ਵਿੱਚ ਪਰਿਵਾਰਿਕ ਜੁੱਟਾਂ ਦੀ ਆਰਥਿਕ ਸੰਗਠਨਤਾ ਦਾ ਆਧਾਰ ਆਰਥਿਕ ਲੋੜਾਂ ਖੁਰਾਕ ਦੀ ਭਾਲ ਵਿੱਚ ਮਨੁੱਖਾਂ ਵਿੱਚ ਪਰਸਪਰ ਜਿਹੜੀ ਸਹਾਇਤਾ 'ਤੇ ਨਿਰਭਰ ਕਰਦਾ। ਖਾਡੀ ਲੋਹਾਰ ਕਬੀਲੇ ਦੇ ਜਿਹੜੇ ਆਹਾਰ ਵਿਹਾਰ ਨੂੰ ਸਮਝਣ ਲਈ ਮੈਨੂੰ 6 ਭਾਗਾਂ ਦੇ ਵਿੱਚ ਵੰਡਿਆ। ਸਭ ਤੋਂ ਪਹਿਲਾਂ ਜਿਹੜਾ ਹੈਗਾ ਗਾਡੀ ਲੋਹਾਰਾਂ ਦੇ ਰੋਜ਼ਾਨਾ ਜੀਵਨ ਨਾਲ ਸੰਬੰਧਿਤ ਜਿਹੜਾ ਆਹਾਰ ਵਿਹਾਰ ਆ। ਕਬੀਲਾਈ ਲੋਕਾਂ ਦੇ ਰੋਜ਼ਾਨਾ ਜੀਵਨ ਨਾਲੇ ਜੁੜੇ ਭੋਜਨ ਵਿਹਾਰ ਸੰਬੰਧੀ ਗੱਲ ਕਰਨ ਤੋਂ ਪਹਿਲਾਂ ਮੈਂ ਇਹਨਾਂ ਦੇ ਫਿਰਤੂ ਜਿਹੜਾ ਜੀਵਨ ਆ ਉਹਨਾਂ ਦੇ ਫਿਰਤੂ ਜੀਵਨ ਦਾ ਇਹਨਾਂ ਦੇ ਭੋਜਨ ਪ੍ਰਬੰਧ ਉੱਪਰ ਕੀ ਪ੍ਰਭਾਵ ਪਿਆ ਉਹਦੇ ਬਾਰੇ ਥੋੜ੍ਹੀ ਗੱਲ ਕਰਨਾ ਚਾਹੂੰਗੀ। ਕਿਉਂਕਿ ਇੱਕ ਆਪਣੇ ਕਿੱਤੇ ਦੀ ਵਜ੍ਹਾ ਕਰਕੇ ਇੱਕ ਥਾਂ ਟਿੱਕੇ ਨਹੀਂ ਬੈਠਦੇ ਸੀਗੇ ਪਹਿਲਾਂ, ਅਤੇ ਥਾਂ ਜਿਹੜੇ ਸਮੂਹਿਕ ਰੂਪ ਦੇ ਵਿੱਚ ਇੱਕ ਥਾਂ 'ਤੇ ਘੁੰਮਦੇ ਰਹਿੰਦੇ ਸੀ। ਪੱਕਾ ਟਿਕਾਣਾ ਨਾ ਹੋਣ ਕਾਰਨ ਇਹ ਲੋਕ ਮਕਾਨ ਵੀ ਨਹੀਂ ਬਣਾ ਸਕਦੇ ਅਤੇ ਗੱਡੀਆਂ ਦੇ ਅਤੇ ਝੁੱਗੀਆਂ ਦੇ ਵਿੱਚ ਹੀ ਜਿਹੜਾ ਆਪਣਾ ਜੀਵਨ ਬਸਰ ਕਰਦੇ ਨੇ। ਅਤੇ ਇਹਦਾ ਜਿਹੜਾ ਇਹਨਾਂ ਦੇ ਭੋਜਨ ਪ੍ਰਬੰਧ 'ਤੇ ਜਿਹੜਾ ਪ੍ਰਭਾਵ ਪਿਆ ਅਤੇ ਇਹਨਾਂ ਦਾ ਫਿਰਤੂ ਜੀਵਨ ਕਰਕੇ ਜਿਹੜਾ ਇਹ ਦਿਨ ਦੇ ਵਿੱਚ 2 ਵਾਰੀ ਜਿਹੜਾ ਭੋਜਨ ਤਿਆਰ ਕਰਦੇ ਨੇ, ਕਿਉਂਕਿ ਦਿਨ ਦੇ ਵਿੱਚ ਦੁਪਹਿਰ ਦਾ ਜਿਹੜਾ ਭੋਜਨ ਇਹ ਤਿਆਰ ਨਹੀਂ ਕਰਦੇ ਹੈਗੇ, ਕਿਉਂਕਿ ਵੀ ਆਪਣੇ ਜਿਹੜੇ ਬਣਾਏ ਸਮਾਨ ਨੂੰ ਇਹ ਵੇਚਣ ਦੇ ਲਈ ਘਰਾਂ ਦੇ ਵਿੱਚ ਜਾਂਦੇ ਨੇ ਅਤੇ ਉੱਥੋਂ ਹੀ ਜਿਹੜਾ ਇਹਨਾਂ ਨੂੰ ਕੁਛ ਮਿਲਦਾ ਖਾਣ ਪੀਣ ਨੂੰ ਘਰਾਂ ਦੇ ਵਿੱਚੋਂ ਉਹ ਖਾ ਲੈਂਦੇ ਨੇ। ਦੂਜਾ ਇੱਕ ਜਿਹੜਾ ਇਹਨਾਂ ਦਾ ਫਿਰਤੂ ਜੀਵਨ ਦਾ ਪ੍ਰਭਾਵ ਹੈ ਅਤੇ ਇਹ ਜਿਹੜਾ ਭੋਜਨ ਸਮੱਗਰੀ ਹੈ ਜਿਹੜੀ ਉਹਨੂੰ ਇਕੱਠੀ ਨਹੀਂ ਲੈ ਕੇ ਆਉਂਦੀ, ਮਤਲਬ ਡੇਲੀ ਇਹ ਪਿੰਡ ਦੀਆਂ ਜਿਹੜੀਆਂ ਦੁਕਾਨਾਂ ਬਣੀਆਂ ਨੇ ਉੱਥੋਂ ਜਿਹੜਾ ਸਮਾਨ ਖਰੀਦ ਕੇ ਲਿਆਉਂਦੇ ਨੇ। ਇਹਦਾ ਇੱਕ ਕਾਰਨ ਤਾਂ ਇਹ ਹੋ ਸਕਦਾ ਕਿਉਂਕਿ ਵੀ ਝੁੱਗੀਆਂ ਝੋਪੜੀਆਂ ਦੇ ਵਿੱਚ ਜਿਹੜਾ ਸਮਾਨ ਨੂੰ ਸੰਭਾਲਣ ਦੇ ਵਿੱਚ ਦਿੱਕਤ ਆਉਂਦੀ ਆ। ਦੂਜਾ ਵੀ ਇਹਨਾਂ ਦਾ ਜਿਹੜਾ ਆਰਥਿਕਤਾ ਵੀ ਇੰਨੀ ਮਜ਼ਬੂਤ ਨਹੀਂ ਹੈਗੀ ਵੀ ਇਹ ਇਕੱਠੇ ਜਿਹੜਾ ਸਮੱਗਰੀ ਨੂੰ ਸਟੋਰ ਕਰਕੇ ਰੱਖ ਸਕਣ। ਜਿਹੜਾ ਇਹ ਰੋਜ਼ਾਨਾ ਜਿਹੜਾ ਭੋਜਨ ਵਰਤਦੇ ਨੇ ਉਹ ਜ਼ਿਆਦਾਤਰ ਜਿਹੜੀਆਂ ਪੰਜਾਬੀ ਸਮਾਜ ਦੇ ਵਿੱਚ ਜਾਂ ਪੰਜਾਬੀ ਸੱਭਿਆਚਾਰ ਦੇ ਵਿੱਚ ਜਿਹੜੇ ਭੋਜਨ ਪ੍ਰਣਾਲੀ ਹੈਗੀ ਉਹਨਾਂ ਨਾਲ ਹੀ ਮਿਲਦੀ ਜੁਲਦੀ ਆ। ਫਿਰ ਵੀ ਜਿਹੜਾ ਥੋੜ੍ਹਾ ਜਿਹੜਾ ਕੁਝ ਇਹਨਾਂ ਦਾ ਵੱਖਰਾ ਮਿਲਿਆ ਮੈਨੂੰ ਖੇਤਰੀ ਖੋਜ ਕਾਰਜ ਦੇ ਦੌਰਾਨ, ਉਹਦੇ ਵਿੱਚੋਂ ਜਿਵੇਂ ਇਹ ਕਿੱਕਰ ਦੇ ਤੁੱਕੇ ਨੇ ਜਾਂ ਜੰਡ ਦੀਆਂ ਫਲੀਆਂ ਨੇ ਉਹਨਾਂ ਦੀ ਵੀ ਸਬਜ਼ੀ ਬਣਾਉਂਦੇ ਨੇਗੇ। ਅਤੇ ਜਿਵੇਂ ਇਹ ਗੁਆਰੇ ਦੀਆਂ ਫਲੀਆਂ ਨੇ ਜਿਹੜੀ ਉਹਦੀ ਸਬਜ਼ੀ ਜਦੋਂ ਬਣਾਉਂਦੇ ਨੇ ਪਾਣੀ ਵਿੱਚ ਉਬਾਲਦੇ ਨੇ ਪਹਿਲਾਂ ਉਹਨਾਂ ਨੂੰ, ਜਾਂ ਕਿੱਕਰ ਦੇ ਤੁੱਕੇ ਵੀ ਨੇ ਉਹਨਾਂ ਨੂੰ ਬਾਅਦ ਦੇ ਵਿੱਚ ਤੜਕ ਕੇ ਬਣਾ ਲੈਂਦੇ ਨੇ। ਅਤੇ ਦੂਜਾ ਜਿਵੇਂ ਇਹਦੇ ਵਿੱਚ ਹੈਗਾ ਵੀ ਇੱਕ ਜਿਹੜਾ ਇਹਨਾਂ ਦੇ ਸਬਜ਼ੀਆਂ ਨੇਗੀਆਂ ਜਿਹੜੇ ਉਹਨੂੰ ਜ਼ਿਆਦਾ ਇਹ ਖੱਟਾ ਖਾਣਾ ਜਾਂ ਤੇਜ਼ ਮਸਾਲਿਆਂ ਵਾਲੀ ਜਿਹੜੀ ਖਾਣਾ ਉਹ ਚੰਗਾ ਸਮਝਦੇ ਨੇ। ਉਹਦੇ ਵਿੱਚ ਕੀ ਆ, ਇਹ ਖੱਟਾ ਬਣਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਟਮਾਟਰਾਂ ਦੀ ਵਰਤੋਂ ਕਰਦੇ ਨੇ ਅਤੇ ਦੂਜਾ ਇਹ ਚਿੱਬੜਾਂ ਦੀ ਵਰਤੋਂ ਜਿਹੜੀ ਵਧੇਰੇ ਮਾਤਰਾ ਵਿੱਚ ਕਰਦੇ ਨੇ। ਅੱਜ ਵੀ ਇਹਨਾਂ ਕਬੀਲੇ ਦੇ ਵਿੱਚ ਇਹ ਹੈਗੇ ਵੀ ਇਹ ਚਿੱਬੜਾਂ ਨੂੰ ਸੁਕਾ ਕੇ ਰੱਖਦੇ ਨੇਗੇ ਅਤੇ ਜਿਹੜੀ ਵੀ ਟਮਾਟਰਾਂ ਜਾਂ ਉਹਦੀ ਅਣਹੋਂਦ ਦੇ ਵਿੱਚ ਚਿੱਬੜਾਂ ਦੀ ਅਣਹੋਂਦ ਦੇ ਵਿੱਚ ਸੁੱਕਾ ਪਾਊਡਰ ਦੀ ਤੌਰ 'ਤੇ ਉਹਨੂੰ ਵਰਤਦੇ ਆ। ਦੂਜਾ ਜਿਹੜਾ ਜਿਵੇਂ ਆਪਣੇ ਪੰਜਾਬੀ ਸਮਾਜ ਦੇ ਵਿੱਚ ਵੀ ਹੈਗਾ ਇਹ ਦਲੀਆ ਅਤੇ ਖਿਚੜੀ ਖਾਣ ਦਾ ਰੁਝਾਨ ਆ। ਜਿਹੜਾ ਜਿਵੇਂ ਇਹਨਾਂ ਦਲੀਆ ਗਾ ਜਿਹੜਾ ਉਹ ਨਮਕ ਵਾਲਾ ਦਲੀਆ ਖਾਂਦੇ ਨੇ ਜ਼ਿਆਦਾਤਰ, ਜਿਹੜਾ ਇਹਨਾਂ ਦੇ ਵਿੱਚ ਮੈਨੂੰ ਦੇਖਣ ਨੂੰ ਮਿਲਿਆ। ਇਹਦੇ ਤੋਂ ਇਲਾਵਾ ਜਿਹੜਾ ਹੈਗਾ ਇਹ ਜਿਹੜਾ ਮਾਂਸ ਦੀ ਵਰਤੋਂ ਜ਼ਿਆਦਾ ਕਰਦੇ ਨੇ ਅਤੇ ਮਾਂਸ ਵਿੱਚੋਂ ਵੀ ਜਿਹੜਾ ਬੱਕਰੇ ਦਾ ਮੀਟ ਹੈ ਉਹਨੂੰ ਜ਼ਿਆਦਾ ਵਰਤਦੇ ਨੇਗੇ। ਅਤੇ ਉਹਦੇ ਵਿੱਚੋਂ ਵੀ ਜਿਹੜਾ ਇਹ ਮੰਨਦੇ ਨੇ ਵੀ ਜਿਹੜਾ ਬੱਕਰੇ ਦੇ ਮਾਂਸ ਖਾਂਦੇ ਨੇ ਇਹ ਉਹਨੂੰ ਜ਼ਿਆਦਾ ਪੌਸ਼ਟਿਕ ਤੱਤਾਂ ਵਾਲਾ ਮੰਨਦੇ ਨੇ ਹੈਗੇ। ਅਤੇ ਉਹਦੇ ਪਿੱਛੇ ਇਹਨਾਂ ਦੀ ਧਾਰਨਾ ਜਿਹੜੀ ਹੈਗੀ ਉਹ ਮੰਨਦੇ ਨੇ ਵੀ ਜਿਹੜੇ ਇਹ ਪਸ਼ੂ ਨੇਗੇ ਜਾਂ ਬੱਕਰੀਆਂ ਨੇ ਜਿਹੜੀਆਂ ਵੀ ਉਹ ਅਲੱਗ-ਅਲੱਗ ਕਿਸਮ ਦੀ ਜਿਹੜੀ ਬਨਸਪਤੀ ਖਾਂਦੇ ਨੇ, ਉਹਦੇ ਕਰਕੇ ਵੀ ਜਿਹੜਾ ਇਹਨਾਂ ਦਾ ਮਾਂਸ ਦੇ ਵਿੱਚ ਵੀ ਜਿਹੜੇ ਪੌਸ਼ਟਿਕ ਤੱਤ ਨੇਗੇ ਜ਼ਿਆਦਾ ਨੇ, ਵੀ ਜਿਹੜਾ ਸਾਡੀ ਸਿਹਤ ਦੇ ਲਈ ਜ਼ਿਆਦਾ ਜਿਹੜਾ
ਸੂਟੇਬਲ ਮੰਨ ਸਕਦੇ ਨੇ, ਕਹਿ ਸਕਦੇ ਹਾਂਗੇ ਆਪਾਂ ਇਹਨੂੰ। ਤੇ ਦੂਜਾ ਜਿਹੜਾ ਇੱਕ ਮੈਨੂੰ ਐਵੇਂ ਲੱਗਦਾ ਵੀ ਇਹ ਸ਼ਾਇਦ ਬੱਕਰੀਆਂ ਦਾ ਜਿਹੜਾ ਬੱਕਰੇ ਦਾ ਜਿਹੜਾ ਮਾਸ ਖਾਂਦੇ ਨੇ, ਉਹਦੇ ਪਿੱਛੇ ਮੈਨੂੰ ਐਵੇਂ ਲੱਗਦਾ ਵੀ ਜਿਹੜੇ ਇਹਨਾਂ ਦੀ ਭੂਗੋਲਿਕ ਜਿਹੜੇ ਹੈਗੀ ਪੌਣ ਪਾਣੀ ਆ, ਉਹ ਵੀ ਕਿਤੇ ਨਾ ਕਿਤੇ ਇਹਦੇ ਹੈਗਾ। ਜਿਵੇਂ ਮੰਨਦੇ ਆ ਵੀ ਜਿਹੜਾ ਸਾਡਾ ਪਿਛੋਕੜ ਹੈ ਉਹ ਰਾਜਸਥਾਨ ਦੇ, ਜਿਵੇਂ ਪਹਿਲਾਂ ਦੇਖੇ ਵੀ ਮਾਰੂਥਲੀ ਇਲਾਕਾ ਗਾ, ਉੱਥੇ ਉਸ ਤਰ੍ਹਾਂ ਫਸਲਾਂ ਨਹੀਂ ਹੁੰਦੀਆਂ ਪਹਿਲਾਂ ਜਿਹੜੀਆਂ ਹੈਗੀਆਂ ਸੀਗੀਆਂ, ਤੇ ਜਾੜੀਆਂ ਬੂਟੀਆਂ ਸੀ ਜਿਹੜੀਆਂ ਉਹ ਜ਼ਿਆਦਾ ਹੁੰਦੀਆਂ ਨੇ, ਤੇ ਉਹ ਜਿਹੜੇ ਇਹਨਾਂ ਨੂੰ ਜਿਹੜੇ ਦੂਜੇ ਪਸ਼ੂਆਂ ਦੇ ਮੁਕਾਬਲੇ ਜ਼ਿਆਦਾ ਇਹਨਾਂ ਨੂੰ ਸੌਖੀ ਤਰ੍ਹਾਂ ਜਿਹੜਾ ਪਾਲਿਆ ਜਾ ਸਕਦਾ ਗਿਣਤੀ ਦੇ ਵਿੱਚ। ਤੇ ਇਹਨਾਂ ਦਾ ਜਿਹੜਾ ਐਵੇਂ ਜਿਹੜੇ ਇਹ ਬੱਕਰੇ ਨੇਗੇ ਜਾਂ ਉਹਨਾਂ ਦਾ ਫੂਡ ਦਾ ਹਿੱਸਾ ਬਣਨਾ ਇਹਨਾਂ ਦਾ ਸੁਭਾਵਿਕ ਹੀ ਸੀਗਾ। ਤੇ ਇਸ ਤੋਂ ਇਲਾਵਾ ਜਿਹੜਾ ਖੇਤਰੀ ਖੋਜ ਕਾਰਜ ਦੇ ਦੌਰਾਨ ਮੈਨੂੰ ਦੇਖਣ ਨੂੰ ਮਿਲਿਆ ਵੀ ਇਹ ਜਿਹੜਾ ਇਹਨਾਂ ਪ੍ਰਾਣੀਆਂ ਦੇ ਖੂਨ ਦੀ ਜਿਹੜੀ ਉਹਦੇ ਤੋਂ ਵੀ ਇਹ ਸਬਜ਼ੀ ਬਣਾਉਂਦੇ ਆ। ਤੇ ਜਿਵੇਂ ਇਹਦੀ ਇੱਕ ਕੋਡ ਹੈਗੀ, ਕਬੀਲਾਈ ਔਰਤ ਸੀਗੀ ਰਾਣੀ, ਉਹਨੇ ਦੱਸਿਆ ਕਹਿੰਦੇ ਵੀ ਅਸੀਂ ਬੱਕਰੇ ਦੇ ਖੂਨ ਨੂੰ ਵੀ ਬਣਾਉਣੇ ਆ। ਖੂਨ ਦੇ ਜੰਮਣ ਪਿੱਛੋਂ ਉਹਦੇ ਜਿਹੜੇ ਕਹਿੰਦੇ ਨਿੱਕੇ ਨਿੱਕੇ ਟੁਕੜੇ ਕਰਕੇ ਉਸ ਤੋਂ ਬਾਅਦ 'ਚ ਮਸਾਲੇ ਆਦਿ ਪਾ ਕੇ ਅਸੀਂ ਤੜਕ ਲੈਂਦੇ ਹਾਂ ਉਹਨੂੰ, ਤੇ ਫਿਰ ਰੋਟੀ ਨਾਲ ਖਾਂਦੇ। ਤੇ ਅੱਗੇ ਜਿਹੜਾ ਕਿਰਪਾਲ ਸਿੰਘ ਜਾਕ ਦੀ ਕੋਡ ਹੈਗੀ, ਉਹ ਮੰਨਦੇ ਨੇ ਵੀ ਜਿਹੜੇ ਇਹ ਗੋਹਾਂ ਜਿਹੜੀਆਂ ਹੈਗੀਆਂ ਨੇ ਵੀ ਉਹਦਾ ਵੀ ਇਹ ਮੀਟ ਖਾਂਦੇ ਨੇਗੇ। ਤੇ ਉਹ ਕੋਡ ਹੈ ਸੀ ਭਾਰਤ ਵਿੱਚ ਅੰਗਰੇਜ਼ਾਂ ਦੀ ਆਮਦ ਸਮੇਂ ਕਬੀਲੇ ਨੂੰ ਅਪਰਾਧੀ ਕਬੀਲਿਆਂ ਦੀ ਗਣਨਾ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ, ਤਾਂ ਕਬੀਲੇ ਲਈ ਸ਼ਾਕਾਹਾਰੀ ਜਾਨਵਰਾਂ ਦਾ ਮਾਸ ਖਾਣਾ ਅਤੇ ਚੋਰਾਂ ਦੇ ਕਬੰਧ ਲਾਉਣ ਲਈ ਗੋਹਾਂ ਵੇਚਣ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਕਬੀਲੇ ਨੇ ਗੋਹਾਂ ਵੇਚਣ ਦੀ ਥਾਂ ਖਾਣੀਆਂ ਸ਼ੁਰੂ ਕਰ ਦਿੱਤੀਆਂ ਨੇ। ਪਰ ਜਦੋਂ ਮੈਂ ਖੇਤਰੀ ਖੋਜ ਕਾਰਜ ਕੀਤਾ, ਘੱਟੋ ਘੱਟ ਮੈਂ 10 ਕਬੀਲਿਆਂ ਦੇ ਪਰਿਵਾਰਾਂ ਕੋਲੇ ਗਈ ਹਾਂ, ਇਹਨਾਂ ਦੇ 10 ਕਬੀਲਾਈ ਪਰਿਵਾਰਾਂ ਕੋਲੇ ਗਈ, ਤੇ ਉਹਨਾਂ ਦੇ ਵਿੱਚੋਂ ਕਿਸੇ ਨੇ ਵੀ ਮਤਲਬ ਗੋਹਾਂ ਦਾ ਮਾਸ ਖਾਣ ਦੀ ਕਿਸੇ ਨੇ ਕੋਈ ਪੁਸ਼ਟੀ ਨਹੀਂ ਕੀਤੀ। ਮੈਨੂੰ ਮਤਲਬ ਇਹਦੇ ਬਾਰੇ ਕੁਛ ਵੀ ਐਵੇਂ ਦੀ ਜਾਣਕਾਰੀ ਨਹੀਂ ਮਿਲੀ। ਦੂਜਾ ਜਿਹੜਾ ਇਹਨਾਂ ਦੇ ਵਿੱਚ ਜਿਹੜਾ ਭੋਜਨ ਕਰਨ ਦਾ ਜਿਹੜਾ ਹੈਗਾ, ਉਹ ਸੂਰਜ ਛਿਪਣ ਤੋਂ ਪਹਿਲਾਂ ਹੀ ਭੋਜਨ ਕਰ ਲੈਂਦੇ ਨੇ। ਇਹਦਾ ਇੱਕ ਕਾਰਨ ਮੈਨੂੰ ਲੱਗਦਾ ਕਿ ਵੀ ਇੱਕ ਤਾਂ ਉਹਨਾਂ ਕੋਲੇ ਬਿਜਲੀ ਦਾ ਉਸ ਤਰ੍ਹਾਂ ਪ੍ਰਬੰਧ ਨਹੀਂ ਹੈਗਾ, ਦੂਜਾ ਇਹ ਵੀ ਹਨੇਰੇ ਹੋਏ ਆਪਣੇ ਜਿਹੜਾ ਡੇਰਾ ਗਾ ਉੱਥੇ ਮਤਲਬ ਅੱਗ ਨਹੀਂ ਬਾਲਦੇ ਹੈਗੇ। ਇਹਨੂੰ ਆਪਾਂ ਜਿਹੜੀਆਂ ਕਬੀਲਾਈ ਔਰਤਾਂ ਦੀਆਂ ਰੱਖਿਆ ਨਾਲ ਵੀ ਜੋੜ ਕੇ ਇਹਨੂੰ ਮਤਲਬ ਮੈਂ ਸਮਝਦੀ ਹਾਂ ਵੀ ਸ਼ਾਇਦ ਐਵੇਂ ਹੋਣਾ ਵੀ ਉਹਨਾਂ ਨੂੰ ਲੱਗਦਾ ਹੁੰਦਾ ਵੀ ਜਿਹੜੇ ਬਾਹਰੀ ਲੋਕ ਨੇਗੇ ਉਹਨਾਂ ਨੂੰ ਪਤਾ ਲੱਗੇ ਕਿ ਵੀ ਇੱਥੇ ਸਾਡਾ ਕਬੀਲਾ ਜਿਹੜਾ ਉਹਨੇ ਠਹਿਰਿਆ ਹੋਇਆ ਗਾ। ਤੇ ਦੂਜਾ ਇਹ ਮਤਲਬ ਜਿਹੜੀ ਜਿਵੇਂ ਬਰਸਾਤ ਦੇ ਦਿਨਾਂ ਵਿੱਚ ਇਹਨਾਂ ਨੂੰ ਵੀ ਖਾਣਾ ਬਣਾਉਣ ਦੇ ਵਿੱਚ ਦਿੱਕਤ ਬਹੁਤ ਆਉਂਦੀ ਹੈ। ਇਹ ਉਵੇਂ ਮੰਗਣ ਨਹੀਂ ਜਾਂਦੇ, ਮਤਲਬ ਜਿਵੇਂ ਆਪਾਂ ਮੰਗਦੇ ਹਾਂ, ਤੇ ਘਰਾਂ ਦੇ ਵਿੱਚ ਆਪਣੀ ਮਰਜ਼ੀ ਨਾਲ ਜੋ ਕੋਈ ਦੇ ਦੇਵੇ ਉਹਨਾਂ ਨੂੰ ਖਾ ਲੈਂਦੇ ਨੇ। ਤੇ ਇਹ ਬਰਸਾਤ ਦੇ ਦਿਨਾਂ ਵਿੱਚ ਮਤਲਬ ਖਾਣਾ ਨਹੀਂ ਬਣਾਉਂਦੇ। ਕਈ ਵਾਰ ਇਹ ਦੱਸਿਆ ਉਹਨਾਂ ਨੇ ਖੇਤਰੀ ਖੋਜ ਕਾਰਜ ਦੇ ਦੌਰਾਨ ਕਿ ਵੀ ਅਸੀਂ ਭੁੱਖੇ ਹੀ ਸੌਂ ਜਾਂਦੇ ਹਾਂ। ਤੇ ਉਹਦਾ ਇੱਕ ਕਾਰਨ ਇਹ ਆ ਵੀ ਇਹਨਾਂ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਕੱਖਾਂ ਕਾਨਿਆਂ ਦੀਆਂ ਗੱਡੀ ਦੇ ਉੱਪਰ ਬਣਾਈ ਹੁੰਦੀ ਆ, ਹੈ ਨਾ, ਝੋਪੜੀਆਂ ਦੇ ਵਿੱਚ ਰਹਿਣ ਕਰਕੇ ਵੀ ਅੱਗ ਲੱਗਣ ਦਾ ਡਰ ਰਹਿੰਦਾ ਗਾ, ਮਤਲਬ ਇਹ ਮੈਨੂੰ ਲੱਗਦਾ ਇਹਦਾ। ਦੂਜਾ ਅਗਲਾ ਜਿਹੜਾ ਇਹਨਾਂ ਦੇ ਜਨਮ ਨਾਲ ਸੰਬੰਧਿਤ ਜਿਹੜੇ ਆਹਾਰ ਵਿਹਾਰ, ਤੇ ਇਹਦੇ ਵਿੱਚ ਜਿਹੜੀ ਔਰਤ ਆ, ਗਰਭਵਤੀ ਔਰਤ ਆ, ਉਹਦੇ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਹਨੂੰ ਮਤਲਬ ਕਿ ਪੌਸ਼ਟਿਕ ਜਿਹੜੀ ਸਿਹਤਮੰਦ ਖੁਰਾਕ ਆ ਉਹ ਦੇਣੀ ਸ਼ੁਰੂ ਕਰ ਲੈਂਦੇ ਨੇ। ਉਹਦੇ ਵਿੱਚ ਜ਼ਿਆਦਾਤਰ ਜਿਹੜੀ ਇਹਨਾਂ ਦੀ ਖੁਰਾਕ ਆ ਉਹਦੇ ਵਿੱਚ ਥੰਧਿਆਈ ਵਾਲੀਆਂ ਵਸਤਾਂ ਦਾ ਜ਼ਿਆਦਾ ਉਹਨਾਂ ਨੂੰ ਸੇਵਨ ਕਰਵਾਇਆ ਜਾਂਦਾ। ਇਹਦੇ ਵਿੱਚ ਡਾਕਟਰ ਕੁਜਾਕ ਵੀ ਇਹਦੇ ਬਾਰੇ ਲਿਖਦੇ ਨੇ, ਕਿਉਂਕਿ ਉਹਨਾਂ ਨੇ ਜ਼ਿਆਦਾ ਇਹਦੇ 'ਤੇ ਮੈਨੂੰ ਮਤਲਬ ਕੰਮ ਮਿਲਿਆ ਉਹਦਾ, ਇਸ ਕਰਕੇ ਮੈਂ ਵਾਰ-ਵਾਰ ਉਹਨਾਂ ਨੂੰ ਕੋਟ ਕਰ ਰਹੀ ਹਾਂ। ਦੂਸਰੇ ਮਾਹ ਦੀ ਗਰਭ ਅਵਸਥਾ ਵਿੱਚ ਹਮਲਾ ਇਸਤਰੀ ਦੇ ਭੋਜਨ ਵਿੱਚ ਦੇਸੀ ਘਿਓ ਦੀ ਬਹੁਤਾਤ ਸ਼ਾਮਿਲ ਕਰ ਲਈ ਜਾਂਦੀ ਹੈ। ਬਾਜਰਾ, ਮੱਕੀ, ਜਵਾਰ ਜਾਂ ਵੇਰੜੇ ਦੀ ਆਂਚ ਤੇ ਪੱਕੀ ਮੋਟੀ ਰੋਟੀ ਨੂੰ ਭਾਜੀ ਤਰਕਾਰੀ ਦੀ ਥਾਵੇਂ ਸਿੱਧੀ ਦੇਸੀ ਘਿਓ ਨਾਲ ਖਾਣ ਨੂੰ ਪਹਿਲ ਦਿੱਤੀ ਜਾਂਦੀ ਹੈ। ਕਬੀਲੇ ਵਿੱਚ ਗਰਭ ਅੰਦਰਲੇ ਬੱਚੇ ਦੇ ਪਾਲਣ ਪੋਸ਼ਣ ਅਤੇ ਮਾਂ ਦੇ ਬਲਸ਼ਾਲੀ ਹੋਣ ਲਈ ਖੁਰਾਕ ਵਿੱਚ ਮੁੱਢ ਤੋਂ ਹੀ ਥੰਧਿਆਈ ਦਾ ਹੋਣਾ ਲਾਜ਼ਮੀ ਸਮਝਿਆ ਜਾਂਦਾ। ਇਸ ਤੋਂ ਇਲਾਵਾ ਵੀ ਖੇਤਰੀ ਖੋਜ ਕਾਰਜ ਦੇ ਦੌਰਾਨ ਵੀ ਮੈਨੂੰ ਉੱਥੇ ਇੱਕ ਮਤਲਬ ਔਰਤ ਸੀਗੀ ਜਿਹਦੇ ਬੇਟੀ ਹੋਈ ਸੀਗੀ, ਉਹਨਾਂ ਨਾਲ ਮੈਂ ਗੱਲ ਕੀਤੀ। ਮਤਲਬ ਉਹ ਵੀ ਦੱਸ ਰਹੇ ਸੀਗੇ ਵੀ ਜਿਵੇਂ ਸਾਡੇ ਜਿਹੜਾ ਵੀ ਅਸੀਂ ਥੰਧਿਆਈ ਵਾਲੀਆਂ ਜਿਵੇਂ ਵਸਤਾਂ ਖਾਂਦੇ ਹਾਂ, ਜਿਵੇਂ ਘਿਓ ਦੀ ਆਪਾਂ ਗੱਲ ਹੀ ਕੀਤੀ ਹੈਗੀ, ਜਿਵੇਂ ਖਸਖਸ, ਬਦਾਮ, ਕਾਜੂ, ਆਈਆਂ ਜਿਹੀਆਂ ਚੀਜ਼ਾਂ ਮਤਲਬ ਉਹ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਸ਼ੁਰੂ ਕਰ ਲੈਂਦੇ ਨੇ। ਦੂਜੇ ਜਿਹੜਾ ਬੱਚੇ ਦੇ ਜਨਮ ਤੋਂ ਪਿੱਛੋਂ ਜਿਹੜੀ ਗੱਲ ਆਉਂਦੀ ਹੈ ਵੀ ਇਹ ਜਿਵੇਂ ਆਪਣੇ ਵੀ ਪੰਜੀਰੀ ਦਿੱਤੀ ਜਾਂਦੀ ਹੈ, ਇਹਨਾਂ ਦੇ ਵੀ ਦਿੱਤੀ ਜਾਂਦੀ ਹੈ, ਪਰ ਪੰਜੀਰੀ ਦੇ ਨਾਲੋਂ ਵੀ ਇਹ ਜਿਹੜਾ ਬੱਕਰੇ ਦਾ ਮੀਟ ਹੈ ਉਹਨੂੰ ਖਾਣ ਨੂੰ ਹੀ ਜ਼ਿਆਦਾ ਜਿਹੜੀ ਪਹਿਲ ਦਿੰਦੇ ਨੇਗੇ। ਕਬੀਲਾਈ ਔਰਤ ਜਿਹੜੀ ਉਹਨੇ ਮੈਨੂੰ ਮਤਲਬ ਦੱਸਿਆ ਵੀ ਉਹ ਕਹਿੰਦੇ ਨੇ ਵੀ ਬੱਚਾ ਪੈਦਾ ਹੋਣ ਪਿੱਛੋਂ ਬੱਕਰੇ ਦਾ ਮਾਂਸ ਜੱਚਿਆਂ ਨੂੰ ਦਿੱਤਾ ਜਾਂਦਾ। ਬੱਕਰੇ ਦੇ ਕੁਝ ਵਿਸ਼ੇਸ਼ ਅੰਗ ਜਿਵੇਂ ਕਲੇਜੀ, ਪੋਟਾ, ਨਲਕੀ ਆਦਿ ਨੂੰ ਭੁੰਨ ਕੇ ਖਾਣ ਦੇ ਨਾਲ ਨਾਲ ਇਹਨੂੰ ਵੀ ਸਬਜ਼ੀ ਦੀ ਤਰ੍ਹਾਂ ਬਣਾ ਕੇ ਵੀ ਵਰਤਿਆ ਜਾਂਦਾ। ਪਰ ਵੀ ਜਿਹੜੀ ਔਰਤ ਹੈਗੀ ਹੈ ਨਾ, ਉਹਨੂੰ ਜਿਹੜਾ ਬੱਚੇ ਦੇ ਜਨਮ ਤੋਂ ਪਿੱਛੋਂ ਸੰਧਿਆਈ ਵਾਲੀਆਂ ਜਿਹੜੀਆਂ ਵਸਤਾਂ ਨੇ ਉਹ ਘੱਟ ਦਿੱਤੀਆਂ ਜਾਂਦੀਆਂ ਨੇ। ਉਹ ਮੰਨਦੇ ਨੇ ਵੀ ਇੱਕ ਤਾਂ ਇਹ ਬੱਚੇ ਦੀ ਸਿਹਤ ਲਈ ਵੀ ਮਤਲਬ ਇੱਕ ਤਰ੍ਹਾਂ ਨਾਲ ਵੀ ਸਹੀ ਨਹੀਂ ਹੈਗੀਆਂ। ਉਹ ਬਾਅਦ ਦੇ ਵਿੱਚ ਪਹਿਲਾਂ ਮਤਲਬ ਬੱਚੇ ਦੇ ਜਨਮ ਤੋਂ ਪਹਿਲਾਂ ਸੰਧਿਆਈ ਵਾਲੀਆਂ ਵਸਤਾਂ ਖਾਂਦੀਆਂ ਨੇ ਤੇ ਬਾਅਦ ਦੇ ਵਿੱਚ ਜਿਹੜੀ ਉਹ ਨਹੀਂ ਖਾਂਦੀਆਂ ਹੈਗੀਆਂ। ਇੱਕ ਜਿਹੜਾ ਮੈਨੂੰ ਮਤਲਬ ਖੇਤਰੀ ਖੋਜ ਕਾਰਜ ਦੇ ਦੌਰਾਨ ਜਿਹੜਾ
ਜਿਹੜਾ ਦੇਖਣ ਨੂੰ ਮਿਲਿਆ ਵੀ ਜਿਵੇਂ ਆਪਣੇ ਵੀ ਬੱਚਾ ਜਿਵੇਂ ਔਰਤਾਂ ਹੁੰਦੀਆਂ ਨੇ ਜਾਂ ਵੀ ਸੁੱਖਣਾ ਸੁੱਖਦੇ ਆ ਵੀ ਸਾਡੇ ਬੱਚਾ ਹੋਵੇ ਹੈ ਨਾ ਇੱਦਾਂ। ਤੇ ਇਹ ਵੀ ਜਿਵੇਂ ਇਹਨਾਂ ਦਾ ਕੋਈ ਇਸ਼ਟ ਆ ਹੈ ਨਾ, ਉਹਦੀ ਥਾਂ ਜਗ੍ਹਾ 'ਤੇ ਜਾ ਕੇ ਮਤਲਬ ਉੱਥੇ ਇੱਕ ਵੀ ਕੋਈ ਵੀ ਭੋਜਨ ਵਸਤ ਜਿਵੇਂ ਆਪਾਂ ਮੰਨ ਲਈਏ ਵੀ ਚੌਲ ਖਾਣ ਦੀਆਂ ਹੈ ਨਾ, ਉਹ ਮਤਲਬ ਉੱਥੇ ਮੱਥਾ ਟੇਕਦੇ ਨੇ ਵੀ ਸਾਨੂੰ ਵੀ ਸੰਤਾਨ ਦੀ ਪ੍ਰਾਪਤੀ ਹੋਵੇ, ਤਾਂ ਇੱਕ ਮਿੱਥਿਆ ਭੋਜਨ ਆ ਜਿਹੜਾ ਉਹ ਛੱਡ ਦਿੱਤਾ ਜਾਂਦਾ। ਤੇ ਉਹ ਉਸ ਸਮੇਂ ਤੱਕ ਦੁਬਾਰਾ ਉਹਨੂੰ ਖਾਣਾ ਸ਼ੁਰੂ ਨਹੀਂ ਕਰਦੇ ਜਿੰਨਾ ਟਾਈਮ ਜਾ ਕੇ ਉੱਥੇ ਉਹ ਚੜਾਵਾ ਨਹੀਂ ਚੜਾਉਂਦੇ। ਦੂਜਾ ਮਤਲਬ ਵੀ ਇਹਨੂੰ ਭੋਜਨ ਨੂੰ ਵੀ ਜਿਹੜੀ ਇੱਕ ਮਾਨਤਾ ਮੰਨਦੇ ਆ ਉਹ ਇੱਕ ਤਰ੍ਹਾਂ ਦੀ, ਉਹ ਕਹਿ ਲਈਏ ਆਪਾਂ ਵੀ ਮਤਲਬ ਉਸ ਬੱਚਾ ਪੈਦਾ ਹੋਣ ਤੋਂ ਬਾਅਦ ਚਾਹੇ ਮਤਲਬ ਇੱਕ ਮੈਨੂੰ ਸਟੋਰੀ ਮਤਲਬ ਕਹਾਣੀ ਮਿਲੀ ਸੀ ਐਵੇਂ ਦੀ, ਉਹ ਔਰਤ ਦੇ ਆਪਣੇ ਮਤਲਬ ਪੋਤੇ ਪੋਤੀਆਂ ਦੇ ਲਈ ਐਵੇਂ ਦੀ ਸੁੱਖਣਾ ਸੁੱਖੀ ਸੀਗੀ ਉਹਨਾਂ ਨੇ, ਤੇ 12 ਸਾਲ ਬੀਤ ਜਾਣ ਦੇ ਬਾਵਜੂਦ ਵੀ ਉਹ ਇੱਕ ਅਨਾਜ ਆ ਜਿਹੜਾ ਜਾਂ ਚੌਲ ਕਹਿ ਲਈਏ ਆਪਾਂ, ਉਹਨੂੰ ਖਾ ਨਹੀਂ ਰਹੀ ਉਹ 12 ਸਾਲ ਦੇ ਬਾਵਜੂਦ ਵੀ, ਮਤਲਬ ਉਹ ਮਿੱਥਿਆ ਭੋਜਨ ਖਾਂਦੇ ਨਹੀਂ ਹੈਗੇ। ਇਸੇ ਤਰ੍ਹਾਂ ਜਿਹੜਾ ਗਾਡੀ ਲੋਹਾਰਾਂ ਦਾ ਜਿਹੜਾ ਵਿਆਹ ਨਾਲ ਸੰਬੰਧਿਤ ਆਹਾਰ ਵਿਹਾਰ ਆ, ਉਹਦੇ ਵਿੱਚ ਵੀ ਇਹਨਾਂ ਦੇ ਜਿਹੜੀਆਂ ਇਹਨਾਂ ਦੀ ਆਰਥਿਕ ਸਾਧਨਾਂ ਦੀ ਕਮੀ ਕਰਕੇ ਜਿਹੜਾ ਹਲਵਾਈ ਆ ਇਹ ਘਰ ਨਹੀਂ ਬਿਠਾਉਂਦੇ ਹੈਗੇ। ਮਤਲਬ ਜਿਹੜੀਆਂ ਮਿਠਾਈਆਂ ਨੇ ਇਹ ਬਾਜ਼ਾਰ ਵਿੱਚੋਂ ਖਰੀਦਦੇ ਨੇ, ਜਿਹੜਾ ਘਰ ਦੇ ਵਿੱਚ ਚੀਜ਼ਾਂ ਤਿਆਰ ਕਰਦੇ ਨੇ ਉਹ ਜਿਵੇਂ ਰੋਟੀ ਤੇ ਦਾਲ ਸਬਜ਼ੀ ਆਦਿ ਹੋ ਗਿਆ, ਤੇ ਜ਼ਿਆਦਾਤਰ ਜਿਹੜਾ ਵੱਡੇ ਪੱਧਰ ਦੀ ਚੀਜ਼ ਤਿਆਰ ਕੀਤੀ ਜਾਂਦੀ ਹੈ ਉਹ ਬੱਕਰੇ ਦਾ ਮੀਟ ਹੀ ਆ, ਤੇ ਵਿੱਚ ਕਿਸੇ ਦਾ ਕਿ ਵੀ ਮੁਰਗੇ ਦਾ ਵੀ ਬਣਾ ਲੈਂਦੇ ਨੇ। ਤੇ ਇਹਦੇ ਵਿੱਚੋਂ ਜਿਹੜੀ ਉਹ ਜ਼ਿਆਦਾਤਰ ਮੰਨਦੇ ਆ ਵੀ ਅਸੀਂ ਜਿਹੜਾ ਬੱਕਰੇ ਦਾ ਮੀਟ ਹੀ ਮਤਲਬ ਉਹਨੂੰ ਲੈਂਦੇ ਹੈਗੇ ਸੀ, ਤੇ ਜਿਹੜੇ ਸ਼ਾਕਾਹਾਰੀ ਜਿਹੜੇ ਮਤਲਬ ਇਹ ਲੋਕ ਨੇਗੇ ਜਿਹੜੇ ਕਬੀਲੇ ਦੇ ਵਿੱਚ ਉਹ ਨਹੀਂ ਖਾਂਦੇ ਹੈਗੇ, ਜਿਹੜੇ ਮਤਲਬ ਉਹਨਾਂ ਲਈ ਬਾਜ਼ਾਰ ਦੇ ਵਿੱਚੋਂ ਇਹ ਚੀਜ਼ਾਂ ਲੈ ਕੇ ਆਉਂਦੇ ਨੇਗੇ। ਤੇ ਜਿਵੇਂ ਇੱਕ ਮੈਨੂੰ ਬੜੀ ਵਧੀਆ ਮਤਲਬ ਇਹ ਸਰ ਦੀ ਕਿਤਾਬ ਦੇ ਵਿੱਚੋਂ ਮਿਲੀ ਸੀ, ਉਹ ਮਤਲਬ ਜਿਹੜੀਆਂ ਕਬੀਲੇ ਦੀਆਂ ਔਰਤਾਂ ਨੇ ਉਹ ਵੀ ਮਤਲਬ ਵਿਆਹ ਵਾਲੇ ਦਿਨ ਵੀ ਰੱਜ ਕੇ ਸ਼ਰਾਬ ਪੀਂਦੀਆਂ ਨੇ। ਮਤਲਬ ਇਹਦੇ ਵਿੱਚ ਜਿਵੇਂ ਪਿਆਰ ਵਿਆਹ ਦੇ ਸੰਬੰਧ ਵਿੱਚ ਉਹਨਾਂ ਨੇ ਗੱਲ ਕੀਤੀ ਆ, ਪਿਆਰ ਵਿਆਹ ਕਰਨ ਵਾਲੀ ਕੁੜੀ ਦੇ ਨਾਲ ਉਹਦੀਆਂ ਜਿਹੜੀਆਂ ਸਹੇਲੀਆਂ ਨੇਗੀਆਂ ਰੱਜ ਕੇ ਸ਼ਰਾਬ ਅਤੇ ਮਾਂਸ ਦਾ ਸੇਵਨ ਕਰਦੀਆਂ ਨੇ। ਪਿਆਰ ਵਿਆਹ ਸਮੇਂ ਰੋਟੀ ਦੀ ਰਸਮ ਨੂੰ ਭੁੰਡੀ ਰੋਟੀ ਕਹਿੰਦੇ ਨੇ, ਜਿਸ ਵਿੱਚ ਹਿਰਨ ਦਾ ਮਾਂਸ ਆ ਜਿਹੜਾ ਵਿਸ਼ੇਸ਼ ਤੌਰ 'ਤੇ ਪਕਾਇਆ ਜਾਂਦਾ। ਮੁਕਲਾਵੇ ਦੀ ਰਾਤ ਸਮੇਂ ਕੜਾਹ ਵੰਡਣ ਦੇ ਪ੍ਰਮਾਣ ਵੀ ਮਿਲਦੇ ਨੇ। ਤੇ ਪਰ ਜਦੋਂ ਵੀ ਮੈਂ ਇਹਦੇ ਨਾਲ ਹੋਰ ਵੀ ਜਿਹੜੀਆਂ ਮਿੱਠੀਆਂ ਘੁੰਗਣੀਆਂ ਵਗੈਰਾ ਹੋ ਗਈਆਂ ਹੈ ਨਾ, ਐਵੇਂ ਦੀਆਂ ਹੋਰ ਮਿਠਾਈਆਂ ਆਦਿ ਵਰਤਦੇ ਨੇਗੇ। ਪਰ ਜਿਵੇਂ ਜਿਹੜਾ ਜਦੋਂ ਮੈਂ ਫੀਲਡ ਵਰਕ ਕੀਤਾ ਮਤਲਬ ਇਹਦੇ ਬਾਰੇ ਵੀ ਮੈਂ ਪੁੱਛਿਆ ਉਹਨਾਂ ਨੂੰ, ਤੇ ਵੀ ਹਿਰਨ ਦਾ ਮਾਂਸ ਖਾਂਦਾ ਹੋ ਸਕਦਾ ਪਹਿਲਾਂ ਵੀ ਸਰ ਨੇ ਜਿੱਥੇ ਖੇਤਰੀ ਖੋਜ ਕਾਰਜ ਕੀਤਾ ਉੱਥੇ ਹੋਵੇ, ਪਰ ਮੈਨੂੰ ਵੀ ਇਹਦੇ ਹਿਰਨ ਦਾ ਮਾਂਸ ਖਾਣ ਵਾਲਾ ਕੋਈ ਐਵੇਂ ਦਾ ਪ੍ਰਮਾਣ ਮਤਲਬ ਜਾਂ ਕੋਈ ਉਵੇਂ ਦੀ ਜਾਣਕਾਰੀ ਨਹੀਂ ਮਿਲੀ ਹੈਗੀ। ਤੇ ਅੱਗੇ ਜਿਹੜਾ ਇਹਨਾਂ ਦੀ ਮੌਤ ਨਾਲ ਸੰਬੰਧਿਤ ਜਿਹੜੇ ਆਹਾਰ ਵਿਹਾਰ ਪੰਜਾਬੀ ਸਮਾਜ ਦੀ ਤਰ੍ਹਾਂ ਜਿਹੜਾ ਕਬੀਲੇ ਦੇ ਵਿੱਚ ਵੀ ਕਿਸੇ ਦੀ ਮੌਤ ਹੋਣ ਤੇ ਪਹਿਲੇ ਦਿਨ ਮਤਲਬ ਜਦੋਂ ਮੌਤ ਹੁੰਦੀ ਹੈ ਤੇ ਸਾਦਾ ਕਿਸਮ ਦਾ ਜਿਹੜਾ ਭੋਜਨ ਤਿਆਰ ਕੀਤਾ ਜਾਂਦਾ, ਤੇ ਸਵਾ ਮਹੀਨੇ ਤੱਕ ਨਾ ਤਾਂ ਸਬਜ਼ੀ ਨੂੰ ਉਹ ਤੜਕਾ ਲਾਉਂਦੇ ਆ ਤੇ ਨਾ ਜਿਹੜੀ ਹਲਦੀ ਦੀ ਵਰਤੋਂ ਕਰਦੇ ਨੇ, ਮਤਲਬ ਹਲਦੀ ਤੋਂ ਬਿਨਾਂ ਹੀ ਆਪਣੀ ਜਿਹੜੀ ਇਹ ਬਣਾਉਂਦੇ ਨੇਗੇ ਦਾਲ ਸਬਜ਼ੀ ਜੋ ਵੀ ਹੈ। ਤੇ ਇਹਦੇ ਹਲਦੀ ਦੀ ਵਰਤੋਂ ਕਰਨ ਪਿੱਛੇ ਮੈਨੂੰ ਐਵੇਂ ਲੱਗਦਾ ਵੀ ਸ਼ਾਇਦ ਜਿਹੜੀ ਇਹ ਹੈਗੀ ਆ ਵੀ ਉਹ ਸਗਨਾਂ ਦਾ ਪ੍ਰਤੀਕ ਮੰਨੀ ਜਾਣ ਕਰਕੇ ਮਤਲਬ ਉਵੇਂ ਉਹ ਸੋਗ ਵਜੋਂ ਇਹਦੀ ਨਹੀਂ ਵਰਤੋਂ ਕਰਦੇ ਹੋਣੇ। ਮਨਿੰਦਰਪ੍ਰੀਤ ਨੇਗੇ ਉਹਨਾਂ ਨੇ ਤੰਦੋਲਾ ਚਿੱਤਰਕਾਰੀ ਤੇ ਉਹ ਤੇ ਕੀਤੀ ਹੈਗੀ ਮਤਲਬ ਡੈਸਟੇਸ਼ਨ ਸੀ ਉਹਨਾਂ ਦਾ ਐਮਫਿਲ ਦਾ, ਤੇ ਉਹਦੇ ਵਿੱਚ ਇਹ ਦੱਸਦੇ ਨੇ ਇਹਨਾਂ ਦੇ ਸੰਬੰਧ ਵਿੱਚ ਵੀ ਜਦੋਂ ਕਹਿੰਦੇ ਵੀ ਕਿਸੇ ਬਜ਼ੁਰਗ ਦੀ ਮੌਤ ਹੁੰਦੀ ਹੈਗੀ ਤਾਂ ਸ਼ਮਸ਼ਾਨ ਘਾਟ ਵਿੱਚ ਬਣੀਆਂ ਮੜੀਆਂ ਤੇ ਜਦੋਂ ਇਹ ਲੋਕ ਡੀਜੇ ਲਾ ਕੇ ਰੰਗ ਬਰੰਗੇ ਕੱਪੜੇ ਪਹਿਨ ਕੇ ਆਪਣਾ ਵਿਸ਼ੇਸ਼ ਕਬੀਲਾ ਨਾਚ ਨੱਚਦੇ ਨੇ, ਤਾਂ ਸ਼ਮਸ਼ਾਨ ਘਾਟ ਦੇ ਅੰਦਰ ਹੀ ਛੋਲੇ ਪੂਰੀਆਂ ਅਤੇ ਜਲੇਬੀਆਂ ਪੱਕਦੀਆਂ, ਤਾਂ ਪਿੰਡ ਦੇ ਲੋਕ ਖੜ ਖੜ ਕੇ ਇਹਨਾਂ ਦੇ ਵੱਖਰੇ ਸੱਭਿਆਚਾਰ ਨੂੰ ਬੜੀ ਹੈਰਾਨੀ ਨਾਲ ਨਿਹਾਰਦੇ ਨੇ। ਮਤਲਬ ਵੀ ਬਜ਼ੁਰਗ ਦੀ ਜਿਹੜੀ ਮੌਤ ਆ ਉਹਨੂੰ ਵੀ ਇਹ ਇੱਕ ਜਸ਼ਨ ਦੀ ਤਰ੍ਹਾਂ ਲੈਂਦੇ ਨੇਗੇ। ਇਸੇ ਤਰ੍ਹਾਂ ਵੀ ਇਹਦੀ ਵੀ ਆਪਾਂ ਇਹੀ ਕਹਿ ਸਕਦੇ ਵੀ ਪੰਜਾਬੀ ਸਮਾਜ ਨਾਲੋਂ ਇਹ ਇੱਕ ਵੱਖਰਤਾ ਲੱਗਦੀ ਹੈਗੀ ਮੈਨੂੰ ਇਹਨਾਂ ਦੇ ਵਿੱਚ ਜਿਹੜੀ ਹੈਗੀ ਆ। ਤੇ ਦੂਜਾ ਜਦੋਂ ਕਿਰਪਾਲ ਕਜਾਕ ਜਿਵੇਂ ਮਨਿੰਦਰਪ੍ਰੀਤ ਨੇ ਬਜ਼ੁਰਗਾਂ ਦੇ ਭੋਜਨ ਬਾਰੇ ਗੱਲ ਕੀਤੀ ਹੈ ਵੀ ਜਦੋਂ ਉਹਦੀ ਮੌਤ ਤੇ ਬਜ਼ੁਰਗਾਂ ਦੀ ਮੌਤ ਤੇ ਜਿਹੜਾ ਭੋਜਨ ਆ ਵੀ ਇੱਦਾਂ ਕਰਦੇ ਨੇ ਉਹ, ਤੇ ਡਾਕਟਰ ਕਿਰਪਾਲ ਕਜਾਕ ਨੇ ਜਿਹੜੇ ਉਹ ਮੁਟਿਆਰ ਦੀ ਮੌਤ ਸਮੇਂ ਵੀ ਕਹਿੰਦੇ ਵੀ ਇਹ ਮਠਿਆਈ ਵੰਡੀ ਜਾਂਦੀ ਆ। ਫੁੱਲਾਂ ਦੀ ਰਸਮ ਸਮੇਂ ਪ੍ਰਸ਼ਾਦ ਖੋਆ ਲੱਡੂ ਤੰਬਾਕੂ ਸੀਰਨੀ ਘਿਓ ਆਦਿ ਵੰਡੇ ਜਾਂਦੇ ਨੇ। ਤੇ ਇਸ ਤੋਂ ਬਿਨਾਂ ਕਹਿੰਦੇ ਵੀ ਸ਼ਰਾਬ ਅਤੇ ਪਕਵਾਨ ਵੀ ਆਦਿ ਵੀ ਮਤਲਬ ਇਹਨਾਂ ਦੀ ਮੌਤ ਦੇ ਸਮੇਂ ਇਹ ਆਮ ਚੱਲਦਾ। ਉਪਰੋਕਤ ਦੇ ਸੰਦਰਭ ਵਿੱਚ ਮੈਂ ਕਹਿ ਸਕਦੀ ਵੀ ਕਬੀਲੇ ਅੰਦਰ ਜਿਹੜੀ ਵੀ ਇਹਨੂੰ ਜਸ਼ਨ ਵਜੋਂ ਹੀ ਲਿਆ ਜਾਂਦਾ। ਤੇ ਖੇਤਰੀ ਖੋਜ ਦੇ ਸੰਬੰਧ ਇਹ ਵੀ ਸੁਣਨ ਨੂੰ ਮਿਲਿਆ ਕਿ ਵੀ ਜਿਸ ਘਰ ਵਿੱਚ ਜਦੋਂ ਮੌਤ ਹੋ ਜਾਂਦੀ ਆ ਤਾਂ ਉਸ ਘਰ ਦੇ ਜਿਹੜੇ ਜਾਂ ਉਸ ਪਰਿਵਾਰ ਦੇ ਜਿਹੜੇ ਮੈਂਬਰ ਨੇ ਵੀ ਜਿੰਨਾ ਟਾਈਮ ਉਹਨੂੰ ਕੋਈ ਦੂਜਾ ਰਿਸ਼ਤੇਦਾਰ ਜਾਂ ਹੋਰ ਕੋਈ ਸਕਾ ਸੰਬੰਧੀ ਲਿਆ ਕੇ ਮਿਠਾਈ ਜਾਂ ਵੀ ਮੀਟ ਵਗੈਰਾ ਆਪ ਨਹੀਂ ਲਿਆ ਕੇ ਖਵਾਉਂਦਾ,
ਓਨੇ ਟਾਈਮ ਤੱਕ ਇਹ ਦੁਬਾਰਾ ਤੋਂ ਮੀਟ ਜਾਂ ਮਠਿਆਈ ਦੀ ਵਰਤੋਂ ਨਹੀਂ ਕਰਦੇ ਹੈਗੇ। ਤੇ ਇਹਦੇ ਪਿੱਛੇ ਮੈਨੂੰ ਐਵੇਂ ਲੱਗਦਾ ਵੀ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦਾ ਇਹੋ ਜਿਹਾ ਕਰਨਾ ਮੈਨੂੰ ਉਹਨਾਂ ਦਾ ਸੋਗਮਈ ਜੀਵਨ ਦੇ ਵਿੱਚੋਂ ਬਾਹਰ ਕੱਢਦੇ ਉਹਨੂੰ ਇਸ ਤਰ੍ਹਾਂ ਕਰਕੇ। ਉਸ ਤੋਂ ਇਲਾਵਾ ਜਿਹੜਾ ਅਗਲਾ ਜਿਹੜਾ ਮੇਰਾ ਪੁਆਇੰਟ ਆ ਪੰਜਵਾਂ, ਉਹਨਾਂ ਦੇ ਵਿੱਚ ਘਰੇਲੂ ਜਿਹੜੇ ਨੁਸਖੇ ਨੇਗੇ ਉਹਨਾਂ ਨਾਲ ਸੰਬੰਧਿਤ ਜਿਹੜਾ ਇਹ ਆਹਾਰ ਵਿਹਾਰ ਆ ਵੀ ਜਿਵੇਂ ਨਿੱਕੀਆਂ ਨਿੱਕੀਆਂ ਬਿਮਾਰੀਆਂ ਹੁੰਦੀਆਂ ਜਦੋਂ ਹੈ ਨਾ, ਇਹ ਆਪਣੇ ਘਰੇਲੂ ਨੁਸਖਿਆਂ ਦੇ ਨਾਲ ਹੀ ਜਿਹੜਾ ਆਪਣਾ ਇਲਾਜ ਕਰਦੇ ਨੇਗੇ। ਤੇ ਜਿਵੇਂ ਕਬੀਲਾਈ ਔਰਤ ਸੀਗੀ ਇੱਕ, ਉਹਨਾਂ ਨੇ ਦੱਸਿਆ ਵੀ ਜਿਵੇਂ ਉਲਟੀ ਦੇ ਸਮੇਂ ਜਿਹੜੀ ਉਹ ਗੱਲ ਕਰਦੀ ਆ, ਲੌਂਗ, ਇਲਾਇਚੀ, ਸੌਂਫ ਵੱਡੀ ਅਤੇ ਛੋਟੀ ਹਰੜ, ਕਾਲਾ ਨਮਕ, ਦੇਸੀ ਨਮਕ, ਅਜਵੈਣ, ਨਿੰਬੂ ਰਸ ਆਦਿ ਦਾ ਜਿਹੜਾ ਇੱਕ ਪਾਊਡਰ ਬਣਾ ਲੈਂਦੇ ਨੇ ਉਹ, ਮਤਲਬ ਵੀ ਉਹਦੀ ਗੱਲ ਕਰਦੇ ਨੇ। ਤੇ ਇਸ ਤੋਂ ਬਾਅਦ ਡਾਕਟਰ ਕਜ਼ਾਕ ਵੀ ਇਹਦੇ ਬਾਰੇ ਗੱਲ ਕਰਦੇ ਨੇ ਵੀ ਜਿਵੇਂ ਗਰਭ ਗਰਾਉਣ ਦੇ ਲਈ ਜਿਹੜੀ ਔਰਤ ਆ ਗਈ, ਗਰਭਵਤੀ ਔਰਤ, ਉਹ ਗਾਜਰਾਂ ਦੇ ਬੀਜ, ਮੇਥੇ ਤੇ ਪੁਰਾਣੇ ਗੁੜ ਦਾ ਕਾੜਾ ਪੀ ਕੇ ਪੀਂਦੇ ਨੇ, ਮਤਲਬ ਵੀ ਗਰਭ ਨੂੰ ਗਰਾਉਣ ਦੇ ਵਾਸਤੇ। ਐਵੇਂ ਵੀ ਜਿਹੜੇ ਨਿੱਕੇ ਨਿੱਕੇ ਘਰੇਲੂ ਨੁਸਖੇ ਨੇਗੇ ਅੱਜ ਵੀ ਕਬੀਲੇ ਦੇ ਵਿੱਚ ਮਤਲਬ ਇਹ ਪ੍ਰਚਲਿਤ ਨੇ। ਤੇ ਭਾਵੇਂ ਕਿ ਉਹਨਾਂ ਨੇ ਐਲੋਪੈਥੀ ਜਿਹੜੀਆਂ ਦਵਾਈਆਂ ਨੇ ਉਹ ਵੀ ਲੈਣੀਆਂ ਸ਼ੁਰੂ ਕਰ ਲਈਆਂ ਨੇ। ਤੇ ਅੱਗੇਲਾ ਜਿਹੜਾ ਹੈਗਾ ਵੀ ਕਬੀਲੇ ਦੀਆਂ ਭੋਜਨ ਸੰਬੰਧੀ ਮਾਨਤਾਵਾਂ ਕੀ ਨੇ। ਇੱਕ ਤਾਂ ਜਿਵੇਂ ਕਬੀਲੇ ਦੇ ਜਿਵੇਂ ਇਹ ਸੁੱਚਮ ਦਾ ਵਿਸ਼ੇਸ਼ ਖਿਆਲ ਰੱਖਦੇ ਨੇਗੇ ਹੈ ਨਾ। ਤੇ ਸਵੇਰੇ ਕਈ ਤਾਂ ਵੀ ਐਵੇਂ ਦੇ ਮੈਨੂੰ ਪਰਿਵਾਰ ਮਿਲੇ ਸੀ ਵੀ ਸਵੇਰੇ ਉੱਠ ਕੇ ਉਹ ਪਹਿਲਾਂ ਸਵੇਰੇ ਚੁੱਲ੍ਹੇ ਦੇ ਉੱਪਰ ਜਿਹੜੀ ਵੀ ਉਹਨਾਂ ਦੀ ਬਣੀ ਹੁੰਦੀ ਆ ਉੱਥੇ ਪੋਚਾ ਮਾਰਦੇ ਆ ਕਿਤੇ, ਫਿਰ ਖਾਣਾ ਬਣਾਉਣਾ ਸ਼ੁਰੂ ਕਰਦੇ ਨੇ। ਦੂਜਾ ਇਹ ਵੀ ਇਹਨਾਂ ਦੇ ਵਿੱਚ ਕਬੀਲਾਈ ਜੀਵਨ ਹੋਣ ਦੇ ਫਿਰਤੂ ਜੀਵਨ ਹੋਣ ਦੇ ਬਾਵਜੂਦ ਵੀ ਇਹ ਵੀ ਮਤਲਬ ਇਹਨਾਂ ਦੇ ਵਿੱਚ ਜੂਠਾ ਖਾਣ ਦੀ ਪਰੰਪਰਾ ਨਹੀਂ ਹੈਗੀ। ਭਾਵੇਂ ਕਿ ਅੱਜ ਪਤੀ ਪਤਨੀ ਨੇ ਇਹਨਾਂ ਦੇ ਵਿੱਚ ਜੂਠਾ ਖਾਣਾ ਸ਼ੁਰੂ ਕਰ ਲਿਆ, ਪਰ ਪਹਿਲਾਂ ਪਰੰਪਰਾ ਨਹੀਂ। ਅੱਜ ਵੀ ਘਰ ਦੇ ਜਿਹੜੀ ਛੋਟੇ ਨੇ ਜਾਂ ਵੱਡੇ ਨੇ ਇੱਕ ਦੂਜੇ ਦਾ ਜੂਠਾ ਨਹੀਂ ਖਾਂਦੇ ਹੈਗੇ। ਤੀਜਾ ਜਿਹੜਾ ਹੈਗਾ ਵੀ ਜਿਵੇਂ ਘਰ ਦੇ ਵਿੱਚ ਕੋਈ ਰਿਸ਼ਤੇਦਾਰ ਆ ਗਿਆ, ਜਿਵੇਂ ਆਪਣੇ ਇਕੱਠੇ ਬੈਠ ਕੇ ਰੋਟੀ ਖਾ ਲੈਂਦੇ ਨੇਗੇ, ਉਹ ਇੱਕ ਭਾਂਡੇ ਦੇ ਵਿੱਚ ਰੋਟੀ ਉਸ ਤਰ੍ਹਾਂ ਨਹੀਂ ਖਾਂਦੇ ਹੈਗੇ। ਤੇ ਜਿਹੜਾ ਵੀ ਬਹੁਤ ਨੇੜੇ ਦਾ ਕੋਈ ਸਕਾ ਸੰਬੰਧੀ ਹੈਗਾ ਉਹਦੇ ਨਾਲ ਬੈਠ ਕੇ ਅਲੱਗ-ਅਲੱਗ ਬਰਤਨਾਂ ਦੇ ਵਿੱਚ ਇਹ ਖਾ ਲਾਂਦੇ ਨੇ ਮਤਲਬ। ਤੇ ਅਗਲਾ ਜਿਹੜਾ ਹੈਗਾ, ਜਿਹੜੀਆਂ ਘਰ ਦੀਆਂ ਔਰਤਾਂ ਨੇ ਘਰ ਦੇ ਵਿੱਚ ਮਹਿਮਾਨ ਆਉਣ ਤੇ ਜਾਂ ਜਿਵੇਂ ਵਿਸ਼ੇਸ਼ ਕਰਕੇ ਜਿਵੇਂ ਜਵਾਈ ਆ ਗਿਆ ਤੇ ਉਹਦੇ ਸਾਹਮਣੇ ਬੈਠ ਕੇ ਮਤਲਬ ਇਹ ਉਵੇਂ ਰੋਟੀ ਨਹੀਂ ਖਾਂਦੀਆਂ ਤੇ ਇਹਨੂੰ ਪਰਦੇ ਦੇ ਵਿੱਚ ਜਾਂ ਹੈ ਨਾ ਇੱਕ ਪਾਸੇ ਬੈਠ ਕੇ ਉਹ ਰੋਟੀ ਖਾਂਦੇ ਨੇਗੇ। ਤੇ ਦੂਜਾ ਇਹਨਾਂ ਦਾ ਜਿਹੜਾ ਵੀ ਮੁੰਡੇ ਕੁੜੀ ਦੀ ਜਿਵੇਂ ਆਪਾਂ ਕਹਿੰਦੇ ਨੇ ਵੀ ਕੁੜੀ ਨੂੰ ਹੈ ਨਾ ਘੱਟ ਖਾਣ ਨੂੰ ਦਿੱਤਾ ਜਾਂਦਾ ਮੁੰਡੇ ਦੇ ਮੁਕਾਬਲੇ, ਪਰ ਇਹਨਾਂ ਦੇ ਵਿੱਚ ਐਵੇਂ ਦਾ ਕੁਛ ਨਹੀਂ ਹੈਗਾ। ਤੇ ਜਿਵੇਂ ਇੱਕ ਇਹਦੇ ਵਿੱਚ ਔਰਤ ਕਹਿੰਦੀ ਆ ਵੀ ਅਸੀਂ ਖੇਤਰੀ ਖੋਜ ਕਾਰਜ ਦੇ ਦੌਰਾਨ ਵੀ ਅਸੀਂ ਇੱਕ ਤੌੜੀ ਦੋ ਢਿੱਡ ਨਹੀਂ ਕਰਦੇ, ਮਤਲਬ ਵੀ ਉਹ ਮੁੰਡੇ ਕੁੜੀ ਦੇ ਵਿੱਚ ਕੋਈ ਭੇਦ ਨਹੀਂ ਕਰਦੇ, ਦੋਨਾਂ ਨੂੰ ਇੱਕੋ ਜਿਹਾ ਹੀ ਜਿਹੜਾ ਭੋਜਨ ਦਿੱਤਾ ਜਾਂਦਾ। ਤੇ ਜਿਵੇਂ ਇੱਕ ਇਹਨਾਂ ਦਾ ਹੈਗਾ ਜਿਵੇਂ ਬੱਚਾ ਪੈਦਾ ਕਰਨ ਵਾਲੀ ਔਰਤ ਆ ਉਹਨੂੰ 9 ਦਿਨ ਤੱਕ ਮਤਲਬ ਚੁੱਲ੍ਹੇ ਤੇ ਨਹੀਂ ਚੜ੍ਹਨ ਦਿੱਤਾ ਜਾਂਦਾ ਤੇ ਉਹ ਆਪਣੇ ਇਸ਼ਟ ਦੀ ਜਿਹੜੀ ਕੋਈ ਪੂਜਾ ਵਗੈਰਾ ਕਰਦੇ ਨੇ ਉਸ ਤੋਂ ਬਾਅਦ ਦੇ ਵਿੱਚ ਹੀ ਹੋ ਜਾਂਦੇ ਨੇ। ਤੇ ਦੂਜਾ ਜਿਵੇਂ ਜਿਹੜਾ ਪੀਰੀਅਡਸ ਦਾ ਟਾਈਮ ਹੁੰਦਾ ਉਦੋਂ ਵੀ ਕੋਈ ਐਵੇਂ ਦਾ ਮਤਲਬ ਜੇ ਕਿਸੇ ਇਸ਼ਟ ਦਾ ਪ੍ਰਸ਼ਾਦ ਬਣਾਉਣਾ ਜਿੱਦਾਂ, ਤੇ ਉਹ ਅਜੇ ਵੀ ਇਹਨਾਂ ਦੇ ਕਬੀਲੇ ਦੇ ਵਿੱਚ ਹੈ ਵੀ ਉਹ ਨਹੀਂ ਤਿਆਰ ਕਰਦੀਆਂ ਹੈਗੀਆਂ, ਇਹ ਹੈਗੀ ਉਹਨਾਂ ਦੇ ਵਿੱਚ। ਤੇ ਦੂਜਾ ਜਿਵੇਂ ਮੀਟ ਬਣਾਉਂਦੇ ਆ ਇਹ, ਤੇ ਉਹ ਵੀਰਵਾਰ ਤੇ ਮੰਗਲਵਾਰ ਦੇ ਦਿਨ ਨਹੀਂ ਬਣਾਉਂਦੇ ਹੈਗੇ। ਜਿਵੇਂ ਵੀਰਵਾਰ ਨੂੰ ਉਹ ਪੀਰਾਂ ਦਾ ਦਿਨ ਮੰਨਦੇ ਆ ਤੇ ਉਸ ਦਿਨ ਉਹਨਾਂ ਦੀ ਮਜ਼ਾਰ ਤੇ ਜਾਂਦੇ ਨੇ, ਪਰ ਉਵੇਂ ਮੀਟ ਆ ਜਿਹੜਾ ਉਹ ਨਹੀਂ ਬਣਾਉਂਦੇ ਹੈਗੇ। ਇੱਕ ਮੈਨੂੰ ਇਹ ਬੜੀ ਵਧੀਆ ਗੱਲ ਲੱਗੀ, ਜਿਵੇਂ ਮਤਲਬ ਆਰਥਿਕ ਸਾਧਨਾਂ ਦੀ ਘਾਟ ਕਰਕੇ ਜਿਹੜਾ ਇਹਨਾਂ ਨੂੰ ਬੜੀਆਂ ਭੋਜਨ ਪ੍ਰਾਪਤੀ ਦੇ ਵਿੱਚ ਵੀ ਬੜੀਆਂ ਦਿੱਕਤਾਂ ਆ ਰਹੀਆਂ ਨੇ। ਤੇ ਜਿਵੇਂ ਐਵੇਂ ਆ ਵੀ ਜੇ ਮੰਨ ਲਓ ਵੀ 5 ਜਿਹੜੇ ਪਰਿਵਾਰ ਰਹਿ ਰਹੇ ਨੇ ਕਬੀਲਾ ਸਮੂਹ ਦਾ, ਇੱਕ ਪਰਿਵਾਰ ਨੇ ਰੋਟੀ ਬਣਾਈ ਆ, ਦੂਜਿਆਂ ਦੇ ਘਰ ਨਹੀਂ ਮਤਲਬ 4 ਦੇ ਚੁੱਲ੍ਹਾ ਬਲਿਆ, ਤਾਂ ਜਿਹੜਾ ਉਹ ਇੱਕ ਪਰਿਵਾਰ ਨੇ ਰੋਟੀ ਬਣਾਈ ਹੈ ਤਾਂ ਸਾਰਿਆਂ ਨੂੰ ਉਹ ਆਵਾਜ਼ ਜ਼ਰੂਰ ਦੇਣਗੇ। ਮਤਲਬ ਜਿਵੇਂ ਮੈਂ ਸੰਗਰੂਰ ਕਰ ਰਹੀ ਸੀਗੀ ਫੀਲਡ ਵਰਕ ਤੇ ਉੱਥੇ ਮਿਲੇ, ਉਹ ਦੱਸ ਰਹੇ ਸੀ ਵੀ ਸਾਡੇ ਅੱਜ ਇੱਕ ਜਿਹੜੀ ਗੱਡੀ ਆ ਮਤਲਬ ਉੱਥੇ ਹੀ ਖਾਣਾ ਬਣਿਆ ਤੇ ਉਹਨਾਂ ਨੇ ਆਪਸ ਦੇ ਵਿੱਚ ਵੰਡ ਕੇ ਵੀ ਸਾਨੂੰ ਅੱਧੀ ਅੱਧੀ ਰੋਟੀ ਆਈ ਆ ਵੀ ਅਸੀਂ ਉਹੀ ਖਾਈ ਹੈਗੀ। ਮਤਲਬ ਇਹ ਤੋਂ ਉਹਨਾਂ ਦੀ ਭਾਈਚਾਰਕ ਸਾਂਝ ਦਾ ਵੀ ਸਾਨੂੰ ਹੈ ਨਾ ਪਤਾ ਲੱਗਦਾ। ਇਹਦੇ ਵਿੱਚ ਕਹਿ ਸਕਦੇ ਵੀ ਗਾਡੀ ਲੋਹਾਰ ਕਬੀਲਾ ਭਾਵੇਂ ਬਾਹਰੀ ਦਿੱਖ ਤੋਂ ਗਰੀਬ ਅਤੇ ਦਰਿੱਦਰ ਹੀ ਕਿਉਂ ਨਾ ਦਿਸਦਾ ਹੋਵੇ, ਪਰ ਆਪਣੀਆਂ ਜਿਹੜੀਆਂ ਪਰੰਪਰਾਗਤ ਮਾਨਤਾਵਾਂ ਦੇ ਨਾਲ ਅਮੀਰ ਜਿਹੜੀ ਆਂਚਲਿਕਤਾ ਉਹਦੇ ਨਾਲ ਜੁੜਿਆ ਹੋਇਆ ਅੱਜ ਵੀ। ਇਹ ਉਪਰੋਕਤ ਵਿਚਾਰ ਚਰਚਾ ਪਿੱਛੋਂ ਕਿਹਾ ਜਾ ਸਕਦਾ ਗਾਡੀ ਲੋਹਾਰ ਕਬੀਲੇ ਦੇ ਲੋਕ ਫਿਰਤੂ ਜੀਵਨ ਬਤੀਤ ਕਰਦੇ ਹਨ। ਵਰਤਮਾਨ ਸਮੇਂ ਵਿੱਚ ਇਹਨਾਂ ਨੇ ਕਈ ਪਿੰਡਾਂ ਵਿੱਚ ਪੱਕਾ ਟਿਕਾਣਾ ਬਣਾ ਲਿਆ ਹੈ, ਭਾਵ ਫਿਰਤੂ ਜੀਵਨ ਨੂੰ ਤਿਆਗਦੇ ਰਹੇ ਹਨ। ਉੱਥੇ ਹੀ ਇਹਨਾਂ ਦੀਆਂ ਭੋਜਨ ਆਦਤਾਂ ਬਦਲ ਰਹੀਆਂ ਨੇ। ਸਰਵੇਖਣ ਦੌਰਾਨ ਇਹ ਤੱਥ ਸਾਹਮਣੇ ਆਇਆ ਕਿ ਪੰਜਾਬ ਦੇ ਭੂਗੋਲਿਕ ਖਿੱਤੇ ਵਿੱਚ ਉਪਲਬਧ ਭੋਜਨ ਪਦਾਰਥ ਹੀ ਇਹਨਾਂ ਦੀ ਖੁਰਾਕ ਦਾ ਹਿੱਸਾ ਹਨ, ਭਾਵੇਂ ਕਿ ਕੁਝ ਇਹਨਾਂ ਦੇ ਜਿਹੜੇ ਭੋਜਨ ਵਸਤਾਂ ਦੇ ਵਿੱਚ ਵਖਰੇਵਾਂ ਵੀ ਵੇਖਣ ਨੂੰ ਮਿਲਦਾ ਹੈ। ਜਿਵੇਂ ਪਹਿਲਾਂ ਹੀ ਮੈਂ ਦੱਸਿਆ ਵੀ ਜ਼ਿਆਦਾਤਰ ਜਿਹੜੇ ਮੀਟ ਦੀ ਵਰਤੋਂ ਕਰਦੇ ਨੇ, ਪਰ ਵਰਤਮਾਨ ਸਮੇਂ ਦੇ ਵਿੱਚ ਇਹਨਾਂ ਨੇ ਕੁਛ ਜਿਹੜੇ ਲੋਕ ਨੇ ਉਹ ਦਿੱਲੀ ਵਾਲੇ ਜਿਹੜੇ ਨਿਰੰਕਾਰੀ ਨੇਗੇ ਉਹਨਾਂ ਤੋਂ ਇਹ ਮਤਲਬ ਉਹਨਾਂ ਦਾ ਨਾਮਦਾਨ ਲੈ ਰਹੇ ਨੇ ਤੇ ਉਹਦੇ ਕਰਕੇ ਇਹ ਜਿਹੜਾ ਮੀਟ ਖਾਣਾ ਵੀ ਛੱਡ ਰਹੇ ਨੇਗੇ ਕਈ ਪਰਿਵਾਰ ਐਵੇਂ ਦੇ ਵੇਲੇ। ਦੂਜਾ ਇਹਨਾਂ ਦੀ ਜਿਹੜਾ ਵੀ ਜਿਵੇਂ ਜਿਹੜੀਆਂ ਭੋਜਨ ਵਸਤਾਂ ਨੇ ਜਿਹੜੇ ਦਾਲ ਸਬਜ਼ੀਆਂ ਨੂੰ ਖੱਟਾ ਕਰਕੇ ਖਾਣਾ ਜ਼ਿਆਦਾ ਪਸੰਦ ਕਰਦੇ ਨੇ। ਜਿਵੇਂ ਆਪਣੇ
ਜਿਵੇਂ ਆਪਾਂ ਕੱਦੂ ਦੀ ਸਬਜ਼ੀ ਬਣਾਉਣੇ ਆ, ਜਿਵੇਂ ਆਪਣੇ ਦੁੱਧ ਵਗੈਰਾ ਪਾ ਕੇ ਜਾਂ ਆਪਾਂ ਹਨਾ ਤੜਕਾ ਲਾ ਕੇ ਬਣਾ ਲੈਣਾ, ਤਾਂ ਇਹ ਲੱਸੀ ਤੇ ਦਹੀਂ ਦੀ ਬਹੁਤ ਮਤਲਬ ਵਰਤੋਂ ਕਰਦੇ ਨੇ ਹੈਗੇ ਹਰੇਕ ਸਬਜ਼ੀ ਦੇ ਵਿੱਚ। ਇਹਦੇ ਵਿੱਚ ਇੰਝ ਕਹਿ ਸਕਦੇ ਹਾਂ ਕਿ ਮਸ਼ੀਨੀਕਰਨ ਦੇ ਵਿਕਾਸ ਨੇ ਇਹਨਾਂ ਦੀ ਰੋਜੀ ਰੋਟੀ ਲਈ ਖੋਹ ਲਈ ਹੈ, ਕਿਉਂਕਿ ਕਬੀਲੇ ਦੇ ਲੋਕ ਜ਼ਿਆਦਾਤਰ ਲਹਾਰਾ ਤੇ ਬਲਦ ਵੇਚਣ ਦਾ ਕੰਮ ਜਾਂ ਬਲਦ ਵੇਚਣ ਦਾ ਹੀ ਕੰਮ ਕਰਦੇ ਸਨ। ਇਹਨਾਂ ਵੱਲੋਂ ਖੇਤੀਬਾੜੀ ਦੇ ਰੋਜ਼ਾਨਾ ਵਰਤੋਂ ਦੇ ਜੋ ਸੰਦ ਬਣਾਏ ਜਾਂਦੇ ਸਨ ਅੱਜ ਕੱਲ੍ਹ ਬਾਜ਼ਾਰ ਵਿੱਚ ਮਿਲ ਜਾਂਦੇ ਹਨ। ਤੇ ਦੂਜਾ ਪਲਾਸਟਿਕ ਤੋਂ ਬਣੀਆਂ ਵਸਤਾਂ ਦੀ ਵਰਤੋਂ ਨੇ ਵੀ ਇਹਨਾਂ ਦੇ ਕਿੱਤੇ ਨੂੰ ਢਾਹ ਲਗਾਈ ਹੈ। ਇਹ ਲੋਕ ਬਲਦਾਂ ਦੇ ਵਪਾਰ ਵਿੱਚ ਆਈ ਮੰਦੀ ਦਾ ਕਾਰਨ ਮਸ਼ੀਨੀਕਰਨ ਤੇ ਦੂਜਾ ਗਊ ਰੱਖਿਆ ਨੂੰ ਮੰਨਦੇ ਨੇ, ਕਿਉਂਕਿ ਇਹਨਾਂ ਨੂੰ ਜਿਹੜੇ ਬਲਦ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣ ਵਿੱਚ ਬੜੀ ਦਿੱਕਤ ਆਉਂਦੀ ਹੈ। ਜਿਹੜੇ ਉਹ ਗਊ ਭਗਤ ਨੇ ਮਤਲਬ ਉਹ ਇਹਨਾਂ ਦੇ ਬਲਦ ਖੋ ਕੇ ਲੈ ਜਾਂਦੇ ਨੇ ਇਹਨਾਂ ਤੋਂ। ਆਪਣੇ ਜੱਦੀ ਪੁਸ਼ਤੀ ਕੰਮ ਨੂੰ ਛੱਡਣ ਕਰਕੇ ਕੁਝ ਲੋਕ ਮਜ਼ਦੂਰੀ ਵੀ ਕਰਨ ਲੱਗੇ ਹਨ ਤੇ ਮਜ਼ਦੂਰੀ ਤੋਂ ਪ੍ਰਾਪਤ ਜਿਹੜਾ ਪੈਸਾ ਗਾ ਉਹਦੇ ਨਾਲ ਆਪਣੀ ਜੀਵਨ ਨਿਰਵਾਹ ਕਰਦੇ। ਕੰਮ ਦੀ ਘਾਟ ਵਾਲੀ ਪਰਿਸਥਿਤੀਆਂ ਵਿੱਚ ਇਹਨਾਂ ਲਈ ਰੋਜੀ ਰੋਟੀ ਦੀ ਪ੍ਰਾਪਤੀ ਚੁਣੌਤੀ ਬਣੀ ਹੋਈ ਹੈ। ਕਬੀਲੇ ਦੇ ਲੋਕਾਂ ਕੋਲ ਪੱਕਾ ਟਿਕਾਣਾ ਤੇ ਘਰ ਦੀ ਸਹੂਲਤ ਨਾ ਹੋਣਾ ਅਤੇ ਆਰਥਿਕ ਸਾਧਨਾਂ ਦੀ ਕਮੀ ਕਾਰਨ ਇਹਨਾਂ ਦੀ ਜੀਵਨ ਰੋਜੀ ਰੋਟੀ ਪੱਖੋਂ ਦੁਸ਼ਵਾਰ ਬਣਿਆ ਹੋਇਆ ਹੈ। ਥੈਂਕ ਯੂ।